ਅਭਿਆਸ 1.2 ਪਹਿਲਾ ਸਵਾਲ। ਇੱਕ ਸਕੂਲ ਵਿੱਚ ਕਿਤਾਬ ਪ੍ਰਦਰਸ਼ਨੀ 4 ਦਿਨਾਂ ਤੱਕ ਲੱਗੀ। ਟਿਕਟਾਂ ਦੀ ਵਿਕਰੀ ਪਹਿਲੇ, ਦੂਸਰੇ, ਤੀਸਰੇ ਅਤੇ ਆਖਰੀ ਦਿਨ ਕ੍ਰਮਵਾਰ 1094, 1812, 2050 ਅਤੇ 2751 ਸੀ। ਇਹਨਾਂ 4 ਦਿਨਾਂ ਵਿੱਚ ਕੁੱਲ ਕਿੰਨੀਆਂ ਟਿਕਟਾਂ ਵਿਕੀਆਂ? ਸੋ ਇਹ ਸਵਾਲ ਹੱਲ ਕਰਨ ਤੋਂ ਪਹਿਲਾਂ ਮੈਂ ਇੱਕ ਕੁਐਸਚਨ ਪੁੱਛਦਾ। ਮੰਨ ਲਓ ਤੁਸੀਂ ਕੰਮ ਕਰ ਰਹੇ ਹੋ ਤੇ ਤੁਹਾਨੂੰ ਪਹਿਲੇ ਦਿਨ 10 ਰੁਪਏ ਮਿਲਦੇ ਹਨ ਤੇ ਉਸ ਕੰਮ ਵਿੱਚੋਂ ਦੂਜੇ ਦਿਨ ਤੁਹਾਨੂੰ 15 ਰੁਪਏ ਮਿਲਦੇ ਹਨ, ਤੀਸਰੇ ਦਿਨ 20 ਰੁਪਏ, ਚੌਥੇ ਦਿਨ 25 ਰੁਪਏ ਤੇ ਤੁਹਾਨੂੰ ਚਾਰੋਂ ਦਿਨ ਟੋਟਲ ਕਿੰਨੇ ਰੁਪਏ ਮਿਲੇ? ਤਾਂ ਤੁਸੀਂ ਕੀ ਕਰੋਗੇ? ਜਮ੍ਹਾਂ ਕਰੋਗੇ ਸਾਰੇ ਪੈਸਿਆਂ ਨੂੰ ਕਿ ਘਟਾਓ ਕਰੋਗੇ? ਜਮ੍ਹਾਂ ਕਰੋਗੇ, ਜੋੜ ਕਰੋਗੇ, ਤਾਂ ਹੀ ਤੁਸੀਂ ਦੱਸ ਸਕੋਗੇ ਨਾ ਕਿ 10 ਪਹਿਲੇ ਦਿਨ, 15 ਦੂਸਰੇ ਦਿਨ, 10 ਤੇ 15 25, ਤੀਸਰੇ ਦਿਨ 20 ਮਿਲੇ, 25 ਤੇ 20 45। ਠੀਕ, ਸੋ ਐਸੇ ਤਰ੍ਹਾਂ ਹੀ ਹਰ ਦਿਨ ਦੀ ਜਿਹੜੀ ਇਨਕਮ ਹੈ ਤੁਸੀਂ ਜੋੜਦੇ ਜਾਓਗੇ। ਸੋ ਇਹੀ ਸਵਾਲ ਇੱਥੇ ਹੈ ਕਿ ਪਹਿਲੇ ਦਿਨ ਟਿਕਟ ਕਿੰਨੇ ਵਿਕੇ? 1094। ਦੂਸਰੇ ਦਿਨ ਕਿੰਨੀਆਂ ਟਿਕਟਾਂ ਵਿਕੀਆਂ? 1812। ਤੀਸਰੇ ਦਿਨ ਕਿੰਨੇ ਟਿਕਟ ਵਿਕੇ? 2000, ਕੋਈ 100 ਨਹੀਂ ਹੈ ਨਾ, 2050। ਚੌਥੇ ਦਿਨ 2751। ਸੋ ਇਹਨਾਂ ਨੂੰ ਜੋੜ ਦਿਓ ਤੇ ਆਪਣਾ ਸਵਾਲ ਹੱਲ ਹੋ ਜਾਣਾ। ਠੀਕ ਹੈ, ਚਲੋ ਜੋੜ ਤਾਂ ਤੁਹਾਨੂੰ ਆਉਂਦਾ ਪਰ ਆਪਾਂ ਫਿਰ ਵੀ ਕਰਦੇ ਆ। 4 ਤੇ 2 6, 6 ਤੇ 1 7, 9 ਤੇ 1 10, 10 ਤੇ 5 15, 15 ਤੇ 5 20। ਠੀਕ ਹੈ, ਸੋ 20 ਆਪਾਂ ਇੱਥੇ ਲਿਖ ਦਾਂਗੇ। ਹਾਂ ਨਹੀਂ, ਸ਼ਾਬਾਸ਼। ਸੋ ਆਪਾਂ ਇੱਕ ਅੰਕ ਦੇ ਥੱਲੇ ਇੱਕ ਅੰਕ ਹੀ ਪਾਣਾ ਹੈ, ਜਿੱਦਾਂ ਤੁਹਾਨੂੰ ਮੈਂ ਜਮਾ ਅੱਗੇ ਸਿਖਾਈ ਸੀ। ਆਪਾਂ ਇੱਕ ਅੰਕ ਦੇ ਥੱਲੇ ਇੱਕ ਅੰਕ ਹੀ ਲਿਖਾਂਗੇ, 2 ਅੰਕ ਨਹੀਂ ਲਿਖਾਂਗੇ। ਆਪਾਂ ਇੱਥੇ 20 ਨਹੀਂ ਲਿਖਾਂਗੇ। ਹਾਂ, ਨਾਲ ਦੇ ਨੂੰ ਰਿਕੁਐਸਟ ਕਰ ਦਿੰਦੇ ਆ ਕਿ ਤੁਹਾਡੇ ਉੱਪਰ ਵਾਲਾ ਕਮਰਾ ਖਾਲੀ ਪਿਆ, ਸਾਡਾ ਇੱਕ ਗੈਸਟ ਵਾਧੂ ਆ ਗਿਆ, ਇਹਨੂੰ ਤੁਸੀਂ ਆਪਣੇ ਉੱਪਰ ਵਾਲੇ ਕਮਰੇ ਵਿੱਚ ਸਵਾ ਲਓ। ਠੀਕ, ਸੋ ਜਿਹੜਾ 2 ਇੱਥੇ ਲਗਾਇਆ ਸੀ, ਇੱਥੇ ਕਿਉਂਕਿ ਜਗ੍ਹਾ ਨਹੀਂ ਸੀ, ਆਪਾਂ ਨਾਲ ਦਿਆਂ ਦੇ ਕੋਠੇ ਤੇ ਉਹਨੂੰ ਸਵਾ ਦਿੰਦੇ ਆ। ਠੀਕ ਹੈ, ਸੋ 2 ਉੱਪਰ ਆ ਗਏ। ਹੁਣ ਸਾਰਿਆਂ ਨੂੰ ਜੋੜ ਲਓ। ਠੀਕ ਹੈ, ਸੋ ਗਿਣਤੀ ਕਰਨ ਵਾਲੇ, ਹਾਂਜੀ ਦੱਸੋ ਜੀ ਤੁਹਾਡੇ ਘਰ 'ਚ ਕਿੰਨੇ ਨੇ? ਸੋ ਉਹ ਘਰ 'ਚ ਜਿੰਨੇ ਬੰਦੇ ਸੀ ਸਾਰੇ ਗਿਣ ਲਓ। 2 8 ਤੇ 2 10, 10 ਤੇ 7 17। ਫਿਰ ਉਹੀ ਗੱਲ, 17 ਤਾਂ 2 ਅੰਕ ਹੋ ਗਏ, ਇੱਕ ਘਰ 'ਚ ਰਹਿ ਨਹੀਂ ਸਕਦੇ। ਸੋ ਆ ਜਿਹੜਾ ਏਕਾ ਹੈ ਇਹਨੂੰ ਆਪਾਂ ਅਗਲੇ ਘਰ 'ਚ ਸ਼ਿਫਟ ਕਰ ਦਿੰਦੇ ਆ। ਠੀਕ, ਹੁਣ ਇਹਨਾਂ ਨੂੰ ਗਿਣ ਲਓ। 1 2 3, 3 ਤੇ 2 5, 5 ਤੇ 2 7। ਸੋ ਜਵਾਬ ਕਿੰਨਾ ਆ ਗਿਆ? 7707 ਟਿਕਟਾਂ। ਸੋ ਕੁੱਲ ਇਹੀ ਪੁੱਛਿਆ ਨਾ, ਕੁੱਲ ਕਿੰਨੀਆਂ ਟਿਕਟਾਂ ਵਿਕੀਆਂ? ਸੋ ਇੱਥੇ ਅਸੀਂ ਲਿਖ ਦਾਂਗੇ ਕੁੱਲ ਵਿਕੀਆਂ ਟਿਕਟਾਂ 7707। ਸ਼ੇਖਰ ਮਸ਼ਹੂਰ ਕ੍ਰਿਕਟ ਖਿਡਾਰੀ ਹੈ। ਉਹ ਟੈਸਟ ਮੈਚਾਂ ਵਿੱਚ ਹੁਣ ਤੱਕ 6980 ਰਨ ਬਣਾ ਚੁੱਕਾ ਹੈ। ਉਹ 10000 ਰਨ ਪੂਰੇ ਕਰਨਾ ਚਾਹੁੰਦਾ ਹੈ। ਉਸ ਨੂੰ ਕਿੰਨੇ ਰਨ ਹੋਰ ਚਾਹੀਦੇ ਹਨ? ਸੋ ਇਹ ਸਵਾਲ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਸਵਾਲ ਮੈਂ ਤੁਹਾਡੇ ਕੋਲ ਪੁੱਛ ਲੈਣਾ। ਤੁਹਾਡੇ ਕੋਲ 5 ਰੁਪਏ ਹਨ ਤੇ ਤੁਸੀਂ 10 ਰੁਪਏ ਕਰਨਾ ਚਾਹੁੰਦੇ ਹੋ। ਓਕੇ, ਸੋ ਤੁਹਾਨੂੰ ਹੋਰ ਕਿੰਨੇ ਰੁਪਏ ਚਾਹੀਦੇ ਹਨ? ਇਹ ਤਾਂ ਤੁਸੀਂ ਫਟਾਫਟ ਕਹਿ ਦੋਗੇ ਕਿ ਸਰ 5 ਰੁਪਏ, ਪਰ ਇਹ ਤੁਹਾਨੂੰ ਕਿੱਦਾਂ ਪਤਾ ਚੱਲਿਆ? ਤੁਸੀਂ ਫਟਾਫਟ ਕੀ ਕੀਤਾ? ਅੱਛਾ 10 ਚਾਹੀਦੇ ਹਨ, 10 ਵਿੱਚੋਂ ਮੈਨੂੰ ਕਿੰਨੇ ਘੱਟ ਹਨ? 10 ਚੋਂ 5 ਘਟਾ ਦਿਓ, ਕਿੰਨੇ ਰਹਿ ਗਏ? 5। ਹੈ ਨਾ। ਇਸੇ ਤਰ੍ਹਾਂ ਜੇ ਮੈਂ ਤੁਹਾਡੇ ਕੋਲ ਦੂਸਰਾ ਕੁਐਸਚਨ ਪੁੱਛਾਂ ਕਿ ਹਾਂਜੀ ਤੁਹਾਡੇ ਕੋਲ 70 ਰੁਪਏ ਹਨ, 100 ਚਾਹੀਦੇ ਹਨ ਤੇ ਤੁਸੀਂ ਕਿੰਨੀ ਦੂਰ ਹੋ? ਸੋ 100 ਵਿੱਚੋਂ 70 ਨੂੰ ਘਟਾ ਦਿਓ, ਬਾਕੀ ਕਿੰਨੇ ਰਹਿ ਜਾਣਗੇ? 30। ਠੀਕ ਹੈ, ਸੋ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੋਵੇ, ਓਕੇ, ਉਦੋਂ ਅਸੀਂ ਉਸ ਨੂੰ ਘਟਾਓ ਕਰਦੇ ਹਾਂ। ਠੀਕ, ਸੋ ਇਹਦੇ ਵਿੱਚ ਵੀ ਅਸੀਂ ਘਟਾਓ ਹੀ ਕਰਾਂਗੇ। ਸੋ ਸਾਨੂੰ ਕੀ ਕਿਹਾ ਗਿਆ ਹੈ ਕਿ ਸ਼ੇਖਰ ਪੂਰੇ ਕਰਨਾ ਚਾਹੁੰਦਾ ਹੈ ਕਿੰਨੇ ਰਨ? 10000 ਰਨ। ਠੀਕ ਹੈ, ਸੋ ਬਣਾ ਕਿੰਨੇ ਚੁੱਕਾ ਹੈ? 6980 ਰਨ ਉਹ ਬਣਾ ਚੁੱਕਾ ਹੈ। ਹੁਣ ਉਹਨੂੰ ਘਟਦੇ ਹਨ ਨਾ, ਇਸ ਕਰਕੇ ਘਟਾਓ ਹੋਏਗੀ। ਸੋ ਇਹਨੂੰ ਅਸੀਂ ਘਟਾ ਦਾਂਗੇ। ਸੋ 0 ਵਿੱਚੋਂ 0 ਘਟਾਏ 0, ਉਸ ਤੋਂ ਬਾਅਦ ਉੱਪਰ 0 ਨੀਚੇ 8, ਹੈ ਨਾ।
ਇਹ ਤਾਂ ਬੇਇੱਜ਼ਤੀ ਵਾਲੀ ਗੱਲ ਹੋ ਗਈ। ਉਹ ਕਹਿਣਗੇ ਕਿ ਉੱਪਰ ਤਾਂ ਵੱਡੇ ਸਾਹਿਬ ਬੈਠੇ ਹੁੰਦੇ ਨੇ ਹਨਾ, ਤੇ ਸਾਹਿਬ ਕੋਲ ਕਿੰਨੇ ਪੈਸੇ 0, ਤੇ ਨੀਚੇ ਜਿਹੜਾ ਮੰਗਣ ਆਇਆ ਉਹਦੇ ਕੋਲ ਤਾਂ ਪਹਿਲਾਂ ਹੀ 8 ਰੁਪਏ ਆ। ਸਾਹਿਬ ਕਹਿੰਦੇ ਮੇਰੀ ਤਾਂ ਹੋ ਜਾਣੀ ਬੇਇੱਜ਼ਤੀ, ਮੈਂ ਨਾਲ ਦੇ ਕੋਲੋਂ ਉਧਾਰਾ ਮੰਗ ਲੈਣਾ ਤਾਂ ਕਿ ਮੇਰੀ ਬੇਇੱਜ਼ਤੀ ਨਾ ਹੋਵੇ, ਠੀਕ ਹੈ। ਸੋ ਆ ਜਿਹੜਾ ਨੀਚੇ ਬੈਠਾ ਉਹਦੇ ਕੋਲ 8 ਤੇ ਉੱਪਰ ਬੈਠਾ ਉਹਦੇ ਕੋਲ 0, ਇਹਨੇ ਕੀ ਕੀਤਾ, ਨਾਲ ਦੇ ਕੋਲ ਉਧਾਰਾ ਮੰਗ ਲਿਆ। ਹੁਣ ਨਾਲ ਦੇ ਕੋਲ ਦੇਖਦੇ ਆ ਕਿੰਨੇ ਆ, ਉਹ ਨਾਲ ਦੇ ਕੋਲ ਵੀ 0, ਅੱਛਾ, ਤੇ ਇਹ ਨਾਲ ਦਾ ਫਿਰ ਅਗਲੇ ਕੋਲ ਹੁਣ ਮੰਗੇਗਾ, ਠੀਕ ਹੈ, ਅਗਲੇ ਕੋਲ ਵੀ 0, ਹੁਣ ਆ 0 ਵਾਲਾ ਅਗਲੇ ਕੋਲ ਮੰਗੇਗਾ, ਓਕੇ। ਇਹਨੇ ਕੀ ਕੀਤਾ, ਆਪਣਾ ਜਿਹੜਾ ਏਕਾ ਸੀ ਇਹਨੂੰ ਦੇਤਾ, ਸੋ ਇਹ 0 ਵਾਲੇ ਕੋਲ ਹੋ ਗਏ 10, ਠੀਕ। ਸੋ ਜੇ ਇਹਦੇ ਕੋਲ 10 ਹੋ ਗਏ ਤੇ ਇਹਦੇ ਕੋਲ ਤਾਂ 0 ਹੀ ਰਹਿ ਗਏ ਹਨਾ, ਸੋ ਇਹਦੇ ਕੋਲ ਤਾਂ ਹੁਣ 0 ਹੀ ਨੇ, ਹੁਣ ਕੁਝ ਨਹੀਂ ਹੈਗਾ। ਸੋ 10 ਇਹਦੇ ਕੋਲ ਹੋ ਗਏ, ਓਕੇ। ਸੋ 10 ਨੇ ਅੱਗੇ ਇਹਨੂੰ ਦੇਣੇ ਸੀ ਨਾ, ਸੋ ਹੁਣ ਇਹਦੇ ਕੋਲ 10 ਹੋ ਗਏ, ਪਰ ਇਹਦੇ ਕੋਲ ਕਿੰਨੇ ਰਹਿ ਗਏ, 9, ਠੀਕ ਹੈ। ਸੋ ਹੁਣ ਇਹਨੇ ਅੱਗੇ ਇੱਕ ਹੋਰ ਦੇਤਾ, ਸੋ ਇਹਦੇ ਕੋਲ 10 ਹੋ ਗਏ, ਪਰ ਇਹਦੇ ਕੋਲ ਕਿੰਨੇ ਰਹਿ ਗਏ, 9, ਓਕੇ। ਹੁਣ ਉੱਪਰ ਵਾਲੇ ਕੋਲ ਕਿੰਨੇ ਹੋ ਗਏ, 10, 10 ਚੋਂ 8 ਘਟਾ ਦੋ 2, ਠੀਕ ਹੈ, 10 ਚੋਂ 8 ਘਟਾ ਦਈਏ 2, ਇਹਦੇ ਕੋਲ 9 ਹੈ, 9 ਦੇ ਵਿੱਚੋਂ 9 ਘਟਾ ਦੋ 0, ਹੁਣ ਇਹਦੇ ਕੋਲ ਕਿੰਨੇ ਨੇ, 9, 9 ਦੇ ਵਿੱਚੋਂ 6 ਘਟਾ ਦੋ 3, ठीक। सो आगे तो 0 ही है, ठीक है। सो घटाओ करके आ गया 3020 रन। इन्ने रन शेखर ਨੂੰ ਹੋਰ ਚਾਹੀਦੇ ਹਨ ਬਣਾਉਣ ਲਈ ਤਾਂ ਕਿ ਉਹ 10000 ਰਨ ਆਪਣੇ ਪੂਰੇ ਕਰ ਸਕੇ। ਆਓ ਆਪਾਂ 3rd ਕਰੀਏ। ਚੋਣਾਂ ਵਿੱਚ ਜੇਤੂ ਉਮੀਦਵਾਰ ਨੂੰ 5,77,500 ਵੋਟਾਂ ਮਿਲੀਆਂ ਅਤੇ ਉਸ ਦੇ ਨਜ਼ਦੀਕੀ ਵਿਰੋਧੀ ਨੇ 3,48,700 ਵੋਟਾਂ ਹਾਸਲ ਕੀਤੀਆਂ। ਜੇਤੂ ਉਮੀਦਵਾਰ ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤਿਆ? ਸੋ ਇਸ ਵੱਡੇ ਸਵਾਲ ਨੂੰ ਵੀ ਹੱਲ ਕਰਨ ਤੋਂ ਪਹਿਲਾਂ ਆਪਾਂ ਇੱਕ ਛੋਟਾ ਸਵਾਲ ਕਰੀਏ। ਤੁਹਾਡੀ ਕਲਾਸ ਵਿੱਚ ਇਲੈਕਸ਼ਨ ਸੀ ਕਿ ਮੋਨੀਟਰ ਕਿਸ ਨੂੰ ਬਣਾਈਏ? ਤੁਹਾਡੀ ਕਲਾਸ ਦੇ ਵਿੱਚ ਤੁਹਾਨੂੰ ਪਈਆਂ 15 ਵੋਟਾਂ ਤੇ ਤੁਹਾਡੇ ਵਿਰੋਧੀ ਨੂੰ ਪਈਆਂ 13 ਵੋਟਾਂ। ਤੁਸੀਂ ਕਿੰਨੀਆਂ ਵੋਟਾਂ ਦੇ ਫਰਕ ਦੇ ਨਾਲ ਜਿੱਤੇ? ਯੈਸ, ਤੁਸੀਂ 2 ਵੋਟਾਂ ਦੇ ਫਰਕ ਨਾਲ ਜਿੱਤੇ। ਕਿੱਦਾਂ? 15 ਮਾਈਨਸ 13, ਐਸਾ ਹੀ ਕੀਤਾ ਨਾ। ਸੋ ਇਹਦੇ ਵਿੱਚ ਵੀ ਅਸੀਂ ਇਹੀ ਕਰਾਂਗੇ ਕਿ ਜਿੱਤਣ ਵਾਲੇ ਦੇ ਜੋ ਵੋਟਾਂ ਦੀ ਗਿਣਤੀ ਹੈ ਉਸ ਨੂੰ ਅਸੀਂ ਉੱਪਰ ਰੱਖਾਂਗੇ ਤੇ ਹਾਰਨ ਵਾਲੇ ਦੇ ਵੋਟਾਂ ਦੀ ਗਿਣਤੀ ਨੂੰ ਅਸੀਂ ਥੱਲੇ ਰੱਖਾਂਗੇ। ਦੋਨਾਂ ਨੂੰ ਘਟਾ ਦਾਂਗੇ ਤੇ ਸਾਨੂੰ ਦੋਨਾਂ ਦਾ ਫਰਕ ਪਤਾ ਚੱਲ ਜਾਏਗਾ। ਜਦੋਂ ਵੀ ਕਿਸੇ ਵੀ ਚੀਜ਼ ਦਾ ਫਰਕ ਕੱਢਣਾ ਤੇ ਆਪਾਂ ਉਹਦੇ ਵਿੱਚ ਕੀ ਕਰਦੇ ਹਾਂ? ਘਟਾਓ ਕਰਦੇ ਹਾਂ। ਲੈਟਸ ਸਟਾਰਟ। ਉੱਪਰ ਅਸੀਂ ਲਿਖ ਦਿੱਤੀਆਂ ਜੇਤੂ ਉਮੀਦਵਾਰ ਨੂੰ ਮਿਲੀਆਂ 5,77,500 ਵੋਟਾਂ, ਵਿਰੋਧੀ ਨੂੰ ਮਿਲੀਆਂ 3,48,700 ਵੋਟਾਂ। ਹੁਣ ਅਸੀਂ ਇਹਨਾਂ ਨੂੰ ਘਟਾ ਦਿੰਦੇ ਹਾਂ। 0 - 0 0, 0 - 0 0, ਓਕੇ। 15 ਚੋਂ 7 ਘਟਾ ਦਿਓ 8, ਓਕੇ। 16 ਚੋਂ 8 ਘਟਾ ਦਿਓ 8, 6 ਚੋਂ 4 ਘਟਾ ਦਿਓ 2, 5 ਚੋਂ 3 ਘਟਾ ਦਿਓ 2। ਸੋ ਕਿੰਨੀਆਂ ਵੋਟਾਂ ਦਾ ਫਰਕ ਆ ਗਿਆ? 2,28,800। ਸੋ ਜਵਾਬ ਅਸੀਂ ਲਿਖਾਂਗੇ ਕਿ ਜੇਤੂ ਉਮੀਦਵਾਰ 2,28,800 ਵੋਟਾਂ ਦੇ ਫਰਕ ਨਾਲ ਜਿੱਤਿਆ। ਆਓ ਹੁਣ 4th ਕਰੀਏ। ਕੀਰਤੀ ਬੁੱਕ ਸਟੋਰ ਨੇ ਜੂਨ ਦੇ ਪਹਿਲੇ ਹਫਤੇ 2,85,891 ਦੀਆਂ ਕਿਤਾਬਾਂ ਵੇਚੀਆਂ ਅਤੇ ਮਹੀਨੇ ਦੇ ਦੂਸਰੇ ਹਫਤੇ 4,07,68 ਦੀਆਂ ਕਿਤਾਬਾਂ ਵੇਚੀਆਂ। ਦੋਵਾਂ ਹਫਤਿਆਂ ਵਿੱਚ ਕੁੱਲ ਕਿੰਨੀ ਵਿਕਰੀ ਹੋਈ? ਕਿਹੜੇ ਹਫਤੇ ਵਿਕਰੀ ਜ਼ਿਆਦਾ ਹੋਈ ਅਤੇ ਕਿੰਨੀ? ਸੋ ਇਹ ਵੀ ਸਵਾਲ ਕਰਨ ਤੋਂ ਪਹਿਲਾਂ ਅਸੀਂ ਇੱਕ ਛੋਟੀ ਐਗਜ਼ਾਮਪਲ ਦਿੰਦੇ ਹਾਂ। ਤੁਹਾਨੂੰ ਪਹਿਲੇ ਹਫਤੇ ਆਪਣੇ ਮੰਮੀ ਡੈਡੀ ਕੋਲੋਂ 10 ਰੁਪਏ ਮਿਲੇ ਜੇਬ ਖਰਚੇ ਲਈ। ਦੂਸਰੇ ਹਫਤੇ ਤੁਹਾਨੂੰ 15 ਰੁਪਏ ਮਿਲੇ। ਹੁਣ ਤੁਸੀਂ ਇਹ ਦੱਸੋ ਕਿ ਤੁਹਾਨੂੰ ਪਹਿਲੇ ਹਫਤੇ ਜ਼ਿਆਦਾ ਮਿਲੇ ਕਿ ਦੂਜੇ ਹਫਤੇ? ਦੂਜੇ ਹਫਤੇ, ਓਕੇ। ਦੂਸਰਾ ਸਵਾਲ, ਹੁਣ ਤੁਸੀਂ ਇਹ ਦੱਸੋ ਕਿ ਦੋਨੋਂ ਹਫਤਿਆਂ ਦੇ ਮਿਲਾ ਕੇ ਤੁਹਾਨੂੰ ਕਿੰਨੇ ਰੁਪਏ ਮਿਲੇ? 10 ਪਹਿਲਾਂ, 15 ਦੂਜੇ ਹਫਤੇ, 10 ਤੇ 15 25, ਓਕੇ। ਸੋ ਇਹੀ ਸਵਾਲ ਇਹਦੇ ਵਿੱਚ ਕੀਤਾ ਗਿਆ ਹੈ। ਸੋ ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ ਕਿ ਪਹਿਲੇ ਹਫਤੇ ਕਿਤਾਬਾਂ ਵੇਚੀਆਂ। ਕਿੰਨੀਆਂ ਵੇਚੀਆਂ? 2,85,891 ਰੁਪਏ ਦੀਆਂ। ਦੂਸਰੇ ਹਫਤੇ ਕਿਤਾਬਾਂ ਵੇਚੀਆਂ 4,07,68 ਰੁਪਏ ਦੀਆਂ, ਠੀਕ। ਸੋ ਦੋਵਾਂ ਹਫਤਿਆਂ ਵਿੱਚ ਕਿਤਾਬਾਂ ਵੇਚੀਆਂ। ਹੁਣ ਦੋਨੋਂ ਹਫਤਿਆਂ ਵਿੱਚ ਕਿਤਾਬਾਂ ਵੇਚੀਆਂ, ਦੋਨਾਂ ਨੂੰ ਪਲੱਸ ਕਰ ਦਾਂਗੇ, ਠੀਕ। 8 ਤੇ 1 9, ਓਕੇ। 9 ਤੇ 6 15, 1 ਹਾਸਲ। 8 ਤੇ 1 9, 9 ਤੇ 7 16, 6 1 ਹਾਸਲ, 5 ਤੇ 1 6, 8 4 ਤੇ 2 6। ਸੋ
ਜੋੜ ਕਰਨ ਤੇ ਸਾਡੇ ਕੋਲ ਆਇਆ ਕਿ ਦੋਨੋਂ ਹਫ਼ਤਿਆਂ ਦੇ ਵਿੱਚ 6,86,659 ਰੁਪਏ ਦੀਆਂ ਕਿਤਾਬਾਂ ਵਿਕੀਆਂ। ਓਕੇ, ਨੈਕਸਟ ਕੀ ਪੁੱਛਿਆ ਸੀ, ਕਿਹੜੇ ਹਫ਼ਤੇ ਵਿਕਰੀ ਜ਼ਿਆਦਾ ਹੋਈ? ਇਹ ਪਹਿਲਾ ਹਫ਼ਤਾ, ਇਹ ਦੂਜਾ, ਦੋਨੋਂ ਚ ਕਿਹੜੇ ਹਫ਼ਤੇ ਜ਼ਿਆਦਾ ਹੋਈ? दूसरे हफ्ते। सो जवाब क्या आ जाएगा? दूसरे हफ्ते भाव सैकेंड वीक। सो दूसरे हफ्ते तुसी इत्थे लिख दो ते ये साडे दो जिहड़े जवाब है वो कंप्लीट हो गए। तीसरा उन्हें पूछा कितनी बिक्री ज्यादा हुई। सो कितनी ज्यादा हुई? 4,768 विचों असी 2,85,891 घटा दांगे, सानू पता चल जाएगा भी कितनी ज्यादा हुई। ठीक है, मान लो तुहाडी पहले हफ्ते 5 रुपए आमदन हुई, दूजे हफ्ते 10, हुण किन्ने वध गए? 5 रुपए होर वध गए। किद्दां पता चलिया? आपां ज्यादा विचों घट नूं घटाता, जो अंतर आया सानू पता चल गया कि यही अंतर है जो अगले हफ्ते सानू ज्यादा मिलिया है। ठीक, सो इहदे विच भी इस तरह करांगे। 4,768 सानू दूजे हफ्ते मिले ते पहले नालों किन्ने ज्यादा मिले, अंतर किन्ना दोनों विच है ना। अंतर कड्ढण लई की करांगे? घटाओ। सो आपां घटाओ भी नाल नाल कर लैंदे आ। सो 8 चों 1 घटा दिए 7। नैक्सट हुण ऊपर छोटा नीचे वड्डा है ना। सो ये की करेगा? नाल दे कोल हांसल ले लेगा। सो 6 ने नाल दे कोल हांसल लिया, 6 दा की बन गया 16। ओके, इहनूं कट दिंदे आ। सो इहदे कोल की रह गया 6। ओके, सो 6 ऊपर छोटा नीचे 8 वड्डा। सो 6 उपरले तां वड्डे चाहिए ने। सो 6 नाल दे कोल हांसल ले लेगा, नाल दे कोल 0 है ना, 0 अगले कोल भी 0, आ 0 वाला अगले कोल ले लेगा है ना। सो इहदे कोल की रह जाएगा 3, इहदे कोल की हो जाएगा 10, 10 ने इहनूं एक हांसल देता। सो इहदे कोल 10 हो गया, इहदे कोल की रह गया 9। ठीक है, पर ये 10 ने भी अपने कोल कुछ नहीं रखा, 10 ने की कीता? एक हांसल इहनूं दे दिता सी है ना। सो इहदे कोल रह गया 9, इहदे कोल हो गया 16। ठीक, हुण 16 दे विचों पहला 9 घटावांगे, 16 चों 9 घटा दिए 7। ओके, उस तो बाद इत्थे भी की है 16, 16 चों 8 घटा दिए 8। उस तो बाद इत्थे की रह गया 9, 9 विचों 5 घटा दो 4। उस तो बाद इत्थे की रह गया 9, 9 माइनस 8 1, इत्थे 3, 3 माइनस 2 1। सो कितनी ज्यादा बिक्री हुई? 1,14,877 रुपए। सो इत्थे तुसीं इहदा जवाब लिख दो। ओके, सो इत्थे किसी कितनी बिक्री ज्यादा हुई, इत्थे तुसीं लिख सकते हो 1,14,877 रुपए। सो ਇਹਦਾ जवाब आ गया। सो बेसिकली ਇਹਦੇ ਚ 3 जवाब आ गए। पहला जवाब की मिलिया 6,86,659, ये दोनों हफ्तियां दी विक्री सी। दूजा जवाब की आया कि केड़े हफ्ते विक्री ज्यादा हुई? दूसरे हफ्ते, दूसरा जवाब आ गया। तीसरा जवाब आ गया कि अंतर कितना है दोनों हफ्तियां दी विक्री विच, वो आ गया 1,14,877 रुपए। नैक्सट फिफ्थ, अंकां 6, 2, 7, 4 ਅਤੇ 3 ਵਿੱਚੋਂ ਹਰੇਕ ਦੀ ਕੇਵਲ ਇੱਕ ਵਾਰ ਵਰਤੋਂ ਕਰਦੇ ਹੋਏ ਬਣਾਈ ਜਾ ਸਕਣ ਵਾਲੀ ਸਭ ਤੋਂ ਵੱਡੀ ਅਤੇ ਸਭ ਤੋਂ ਛੋਟੀ ਸੰਖਿਆਵਾਂ ਦਾ ਅੰਤਰ ਪਤਾ ਕਰੋ। ਸੋ ਇਹਦੇ ਵਿੱਚ ਅਸੀਂ ਕਰਨਾ ਹੈ, ਜਿਹੜੇ ਅੰਕ ਸਾਨੂੰ ਦਿੱਤੇ ਗਏ ਹਨ 6, 2, 7, 4, 3, ਇਸ ਦੀ ਸਭ ਤੋਂ ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ, ਸਭ ਤੋਂ ਵੱਡੀ ਸੰਖਿਆ। ਠੀਕ, ਸੋ ਸਭ ਤੋਂ ਵੱਡੀ ਸੰਖਿਆ ਬਣਾਉਣ ਲਈ ਸਭ ਤੋਂ ਵੱਡਾ ਅੰਕ ਪਹਿਲਾਂ, ਉਸ ਤੋਂ ਛੋਟਾ ਉਸ ਤੋਂ ਬਾਅਦ ਵਿੱਚ, फिर उस तो बाद उस तो छोटा। ठीक, सो इसी तरह ही असी क्रमवार लगाते जावांगे। इन्हां चों सब तो वड्डा किहड़ा है? 7, फिर 6, फिर 4, फिर 3, अखीर ते 2। सो इस सीक्वेंस विच असी लगावांगे तां सानू सब तो वड्डी संख्या इन्हां अंकां दी मिल जाएगी। ओके, हुण इन्हां ही अंकां दी सब तो छोटी संख्या वो उल्टा कर दो, सब तो छोटा पहला आ जाएगा 2, 3, 4, 6, 7। सो इन्हां दा अंतर पता करना, अंतर तो भाव हुंदा है घटाओ। सो इन्हां नूं घटा दो। ठीक, सो पहला की है? पहला अंक छोटा नीचे वड्डा, सो ये नाल दे कोल हांसल ले लेगा। 2 दा की बन जाएगा 12, सो इत्थे की रह जाएगा 2 है ना। सो दूजी बार की होएगा? फिर चक्कर पै गया, ऊपर 2 नीचे 6, ये भी 2 नाल दे कोल हांसल ले लेगा। सो इत्थे हो जाएगा 12, ਇਹਦੇ ਕੋਲ ਕਿੰਨਾ ਰਹਿ ਜਾਏਗਾ? 3। ਫਿਰ ਚੱਕਰ ਪੈ ਗਿਆ, ਉੱਪਰ 3 ਨੀਚੇ 4, ਸੋ 3 ਨਾਲ ਦੇ ਕੋਲ ਹਾਂਸਲ ਲੈ ਕੇ 13 ਬਣ ਜਾਏਗਾ। ਇਹਦੇ ਕੋਲ ਕਿੰਨਾ ਰਹਿ ਗਿਆ?
5 ਹੁਣ ਕੋਈ ਚੱਕਰ ਨਹੀਂ। ਸੋ ਹੁਣ ਅਸੀਂ ਬੜੇ ਆਰਾਮ ਦੇ ਨਾਲ ਘਟਾਓ ਆਪਣੀ ਕਰ ਸਕਦੇ ਹਾਂ। 12 ਵਿੱਚੋਂ 7 ਘਟਾ ਦਿਓ, ਕਿੰਨੇ ਆ ਗਏ? ਯੈਸ 5। ਨੈਕਸਟ 12 ਵਿੱਚੋਂ 6 ਘਟਾ ਦਿਓ, 6। 13 ਵਿੱਚੋਂ 4 9। 5 ਵਿੱਚੋਂ 3 ਘਟਾ ਦਿਓ, 2। ਤੇ 7 ਵਿੱਚੋਂ 2 5। ਓਕੇ, ਸੋ ਇਹ ਸਾਡਾ ਅੰਤਰ ਆ ਗਿਆ ਵੱਡੀ ਤੋਂ ਵੱਡੀ ਸੰਖਿਆ ਤੇ ਛੋਟੀ ਤੋਂ ਛੋਟੀ ਸੰਖਿਆ ਦੇ ਵਿਚਕਾਰ ਦਾ। ਨੈਕਸਟ 6th, ਇੱਕ ਮਸ਼ੀਨ ਔਸਤ 2825 ਪੇਜ ਇੱਕ ਦਿਨ ਵਿੱਚ ਬਣਾਉਂਦੀ ਹੈ। ਜਨਵਰੀ 2006 ਵਿੱਚ ਇਸ ਨੇ ਕਿੰਨੇ ਪੇਜ ਬਣਾਏ? ਇਸ ਸਵਾਲ ਨੂੰ ਵੀ ਕਰਨ ਤੋਂ ਪਹਿਲਾਂ ਆਪਾਂ ਇੱਕ ਸਿੰਪਲ ਐਗਜ਼ਾਮਪਲ ਲੈਂਦੇ ਹਾਂ ਕਿ ਤੁਸੀਂ ਇੱਕ ਦਿਨ ਵਿੱਚ 2 ਪੇਜ ਲਿਖਦੇ ਹੋ, ਤਾਂ ਇਹ ਦੱਸੋ ਕਿ 2 ਦਿਨਾਂ ਵਿੱਚ ਕਿੰਨੇ ਪੇਜ ਲਿਖੋਗੇ? ਇੱਕ ਦਿਨ ਚ 2 ਪੇਜ, 2 ਦਿਨ ਚ 4, ਹੈ ਨਾ? ਅੱਛਾ, 3 ਦਿਨ ਚ ਕਿੰਨੇ ਲਿਖੋਗੇ? 2 ਤੇ 2 4 ਤੇ 2 6 ਪੇਜ। ਅੱਛਾ, 4 ਦਿਨਾਂ ਚ 2 2 4 2 6 2 8। ਸੋ ਤੁਸੀਂ ਹਰ ਵਾਰ ਗਿਣੀ ਜਾਓਗੇ? ਨਹੀਂ, ਪਹਾੜਾ ਗਿਣ ਲਓ। 4 ਦਿਨ ਤੇ ਇੱਕ ਦਿਨ ਚ 2 ਪੇਜ, 2 ਚੌਕੇ 8। 5 ਦਿਨ 2 5 10 ਪੇਜ। 6 ਦਿਨ 2 6 12 ਪੇਜ। 7 ਦਿਨ ਚ ਕਿੰਨੇ ਪੇਜ ਲਿਖੋਗੇ? 2 7 14 ਪੇਜ। 8 ਦਿਨ ਵਿੱਚ 2 8 16। 9 ਦਿਨ ਵਿੱਚ 2 9 18। ਸੋ ਜਿੰਨੇ ਦਿਨ ਐਡ ਕਰੀ ਜਾਓਗੇ ਉਸ ਨੂੰ ਆਪਣੇ ਇੱਕ ਦਿਨ ਦੇ ਕੀਤੇ ਹੋਏ ਕੰਮ ਦੇ ਨਾਲ ਕੀ ਕਰ ਲੋਗੇ? ਮਲਟੀਪਲਾਈ, ਗੁਣਾ ਕਰ ਲੋਗੇ, ਹਨਾ? ਸੋ ਇੱਕ ਦਿਨ ਦੇ ਵਿੱਚ ਤੁਸੀਂ ਮੰਨ ਲਓ 100 ਕਦਮ ਭੱਜੇ, ਅਗਲੇ ਦਿਨ 100 ਕਦਮ, ਉਸ ਤੋਂ ਅਗਲੇ ਦਿਨ 100 ਕਦਮ, ਠੀਕ ਹੈ? 5 ਦਿਨ ਚ ਕਿੰਨੇ 100 ਹੋ ਗਏ? 500। ਕਿੱਦਾਂ ਪਤਾ ਚੱਲਿਆ? 5 ਗੁਣਾ 100, ਹਨਾ? ਸੋ ਇਸੇ ਤਰ੍ਹਾਂ 30 ਦਿਨਾਂ ਵਿੱਚ ਕਿੰਨੇ ਕਦਮ ਭੱਜੇ? 30 ਗੁਣਾ 100 3000। 31 ਦਿਨਾਂ ਚ 31 ਗੁਣਾ 100। ਓਕੇ, ਸੋ ਜੋ ਤੁਸੀਂ ਇੱਕ ਦਿਨ ਵਿੱਚ ਕੰਮ ਕੀਤਾ ਉਹਨੂੰ ਸਾਰੇ ਦਿਨਾਂ ਦੇ ਨਾਲ ਗੁਣਾ ਕਰ ਦੋਗੇ ਤੇ ਸਾਡਾ ਟੋਟਲ ਕੰਮ ਆ ਜਾਏਗਾ। ਸੋ ਇੱਥੇ ਵੀ ਕੀ ਹੋਇਆ? ਸੋ ਇੱਥੇ ਕਿਹਾ ਗਿਆ ਕਿ ਇੱਕ ਦਿਨ ਵਿੱਚ ਇੱਕ ਜਿਹੜੀ ਮਸ਼ੀਨ ਹੈ ਕਿੰਨੇ ਪੇਜ ਬਣਾਉਂਦੀ ਹੈ? 2825। ਅੱਛਾ, 2 ਦਿਨਾਂ ਚ ਕਿੰਨੇ ਬਣਾਏਗੀ? ਇਹਨੂੰ 2 ਨਾਲ ਗੁਣਾ ਕਰ ਲਓ। 3 ਦਿਨਾਂ ਚ ਕਿੰਨੇ ਬਣਾਏਗੀ? ਇਹਨੂੰ 3 ਨਾਲ ਗੁਣਾ ਕਰ ਲਓ। ਪਰ ਹੁਣ ਉਹਨੇ ਕਿਹਾ ਕਿ ਜਨਵਰੀ 2006 ਵਿੱਚ ਕਿੰਨੇ ਬਣਾਏ? ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਨਵਰੀ ਵਿੱਚ ਦਿਨ ਕਿੰਨੇ ਹਨ? 31। ਸੋ ਆਪਾਂ ਇਹਨੂੰ 31 ਦੇ ਨਾਲ ਗੁਣਾ ਕਰ ਲਾਂਗੇ। ਕਿਸ ਤਰ੍ਹਾਂ? 2825 ਗੁਣਾ 31, ਠੀਕ ਹੈ? ਸੋ ਜੋ ਇਹਦਾ ਜਵਾਬ ਆਏਗਾ ਉਹਨੇ ਪੇਜ ਇਹਨੇ ਬਣਾਏ ਹਨ ਜਨਵਰੀ 2006 ਵਿੱਚ। ਸੋ ਇੱਥੇ ਅਸੀਂ ਖੁੱਲੀ ਗੁਣਾ ਕਰਦੇ ਹਾਂ ਤਾਂ ਕਿ ਸਾਨੂੰ ਸਾਰੀ ਆਰਾਮ ਨਾਲ ਸਮਝ ਆ ਜਾਏ। ਗੁਣਾ 31। ਸੋ ਅਸੀਂ ਇੱਥੇ ਇੱਕ ਬੜਾ ਬੇਸਿਕ ਜਿਹਾ ਵੇ ਅਡਾਪਟ ਕਰਦੇ ਹਾਂ ਮਲਟੀਪਲਾਈ ਕਰਨ ਦਾ। ਮੈਂ ਇੰਗਲਿਸ਼ ਵਿੱਚ ਕਾਊਂਟ ਕਰ ਲੈਣਾ। 1 5 is 5, 1 2 is 2, 1 8 is 8, 1 2 is 2। ਓਕੇ, ਇੱਥੇ ਕ੍ਰੋਸ ਲਗਾ ਦਿਓ। ਕਿਉਂ? ਕਿਉਂਕਿ ਹੁਣ ਆਪਾਂ ਇਹਨੂੰ ਮਲਟੀਪਲਾਈ ਕਰਨਾ ਤੇ ਇਹਦੇ ਨੀਚੋਂ ਦੀ ਅਸੀਂ ਇਹਦਾ ਜਵਾਬ ਸ਼ੁਰੂ ਕਰਾਂਗੇ। ਸੋ 3 5 is 15, 15 5 and 1 ਨੂੰ ਕੈਰੀ ਕਰ ਲੈਣਾ। 3 2 is 6, 6 plus 1 7, 3 8 is 24, 4 ਇੱਥੇ ਲਿਖ ਦੋ, 2 ਕੈਰੀ ਕਰ ਲਓ, ਹਨਾ? 3 2 is 6, 6 plus 2 8। ਸੋ ਇਹਨਾਂ ਨੂੰ ਪਲੱਸ ਕਰ ਲਓ। 5 5 plus 2 7, 8 plus 7 15, 1 ਕੈਰੀ ਕਰ ਲਓ। 2 1 3, 3 plus 4 7 8। ਸੋ ਟੋਟਲ ਕਿੰਨਾ ਆ ਗਿਆ ਕਿ ਜਨਵਰੀ 2006 ਵਿੱਚ ਉਸ ਮਸ਼ੀਨ ਨੇ 87575 ਪੇਜ ਬਣਾਏ। ਨੈਕਸਟ 7th, ਇੱਕ ਵਪਾਰੀ ਦੇ ਕੋਲ 78592 ਰੁਪਏ ਸਨ। ਉਸਨੇ 1200 ਰੁਪਏ ਪ੍ਰਤੀ ਰੇਡੀਓ ਸੈੱਟ ਦੇ ਰੇਟ ਨਾਲ 40 ਰੇਡੀਓ ਸੈੱਟ ਖਰੀਦਣ ਲਈ ਆਰਡਰ ਕੀਤਾ। ਉਸ ਕੋਲ ਬਾਕੀ ਕਿੰਨੇ ਪੈਸੇ ਬਚਣਗੇ? ਸੋ ਇਹਦੇ ਵਿੱਚ ਅਸੀਂ ਇੱਕ ਚੀਜ਼ ਦੇਖਣੀ ਹੈ, ਪ੍ਰਤੀ ਰੇਡੀਓ ਭਾਵ ਇੱਕ ਰੇਡੀਓ। ਸੋ ਇੱਕ ਰੇਡੀਓ ਉਸਨੇ 1200 ਰੁਪਏ ਦਾ ਖਰੀਦਿਆ, ਪਰ ਉਹਨੇ ਟੋਟਲ ਕਿੰਨੇ ਖਰੀਦੇ? 40 ਰੇਡੀਓ ਸੈੱਟ ਖਰੀਦੇ, ਠੀਕ? ਤੇ ਉਸ ਵਪਾਰੀ ਕੋਲ ਪੈਸੇ ਕਿੰਨੇ ਸਨ? 78592। ਸੋ ਹੁਣ ਸਾਡੇ ਕੋਲ ਕੁਐਸਚਨ ਕੀ ਪੁੱਛਿਆ ਕਿ ਜੇ ਇੱਕ ਰੇਡੀਓ 1200 ਰੁਪਏ ਦਾ ਹੋਵੇ ਤੇ ਉਸ ਵਪਾਰੀ ਨੇ 40 ਰੇਡੀਓ ਸੈੱਟ ਖਰੀਦ ਲਏ ਤੇ ਉਹਦੇ ਕੋਲ ਸੀ 78592 ਰੁਪਏ। ਹੁਣ ਦੱਸੋ ਉਹਦੇ ਕੋਲ ਬਾਕੀ ਕਿੰਨੇ ਪੈਸੇ ਬਚਣਗੇ? ਸੋ ਇਸ ਸਮ ਨੂੰ ਕਰਨ ਤੋਂ ਪਹਿਲਾਂ ਵੀ ਆਪਾਂ ਸਿੰਪਲੀਫਾਈ ਕਰ ਲੈਂਦੇ ਹਾਂ ਇਹਨੂੰ ਕਿ ਮੰਨ ਲਓ ਤੁਹਾਡੇ ਕੋਲ 60 ਰੁਪਏ ਹਨ
ਤੇ ਤੁਸੀਂ ਪੈਨਸਲ ਖਰੀਦਣ ਗਏ। ਹੁਣ ਇੱਕ ਪੈਨਸਲ ਦੀ ਕੀਮਤ ਹੈ 5 ਰੁਪਏ, ਤੁਸੀਂ 10 ਪੈਨਸਲਸ ਖਰੀਦੀਆਂ। ਸੋ 10 ਪੈਨਸਲਸ ਨੂੰ ਖਰੀਦਣ ਤੋਂ ਬਾਅਦ ਤੁਹਾਡੇ ਕੋਲ ਕਿੰਨੇ ਰੁਪਏ ਬਾਕੀ ਬਚ ਗਏ? ਤੁਸੀਂ ਕੀ ਕਰੋਗੇ? 10 5 50, ਓਕੇ, 10 5 50। ਸੋ ਤੁਸੀਂ ਉਹਨੂੰ ਮਲਟੀਪਲਾਈ ਕਰ ਦੋਗੇ ਕਿ ਇੱਕ ਪੈਨਸਲ ਦੀ ਕੀਮਤ 5 ਰੁਪਏ, ਮੈਂ 10 ਖਰੀਦ ਲਿਆ, 10 5 50, ਮੇਰੇ 50 ਰੁਪਏ ਲੱਗ ਗਏ, ਮੇਰੇ ਕੋਲ 60 ਰੁਪਏ ਸੀ, ਹੁਣ ਮੇਰੇ ਕੋਲ 10 ਰੁਪਏ ਵਾਪਸ ਰਹਿ ਗਏ। ਠੀਕ ਹੈ, ਸੋ ਤੁਸੀਂ ਕੀ ਕਰੋਗੇ? ਜਿੰਨੇ ਪੈਸੇ ਤੁਹਾਡੇ ਕੋਲ ਸੀ ਤੇ ਜਿੰਨੇ ਪੈਸੇ ਤੁਹਾਡੇ ਲੱਗ ਗਏ, ਦੋਨਾਂ ਨੂੰ ਮਾਈਨਸ ਕਰ ਦੋਗੇ ਤੇ ਜੋ ਜਵਾਬ ਆਏਗਾ ਉਹ ਪੈਸੇ ਤੁਹਾਡੇ ਕੋਲ ਬਚ ਜਾਣਗੇ। ਇਸ ਪ੍ਰੋਬਲਮ ਵਾਲਾ ਨੇ ਹਾਂ, ਵਪਾਰੀ ਕੋਲ ਹਨ 78592 ਰੁਪਏ। ਹੁਣ ਉਹਨੇ ਰੇਡੀਓ ਸੈੱਟ ਖਰੀਦਨੇ ਹਨ। ਰੇਡੀਓ ਸੈੱਟ ਦੀ ਕੀਮਤ ਕਿੰਨੀ ਹੈ? 1200 ਰੁਪਏ ਇੱਕ ਰੇਡੀਓ, ਹੈ ਨਾ, ਪ੍ਰਤੀ ਰੇਡੀਓ। ਸੋ ਉਹਨੇ ਕਿੰਨੇ ਖਰੀਦੇ? 40 ਰੇਡੀਓ ਸੈੱਟ ਖਰੀਦੇ। ਹੁਣ ਜੇ ਤੁਸੀਂ ਇੱਕ ਰੇਡੀਓ 1200 ਰੁਪਏ ਦਾ ਖਰੀਦਦੇ ਹੋ ਤਾਂ 40 ਰੇਡੀਓ ਜ਼ਿਆਦਾ ਦੇ ਆਣਗੇ, ਘੱਟ ਦੇ ਆਣਗੇ? ਜ਼ਿਆਦਾ ਦੇ। ਤੇ ਜੇ ਜ਼ਿਆਦਾ ਦੇ ਆਣਗੇ ਤੇ ਆਪਾਂ ਗੁਣਾ ਕਰਾਂਗੇ। ਠੀਕ, ਸੋ ਆਪਾਂ ਕੀ ਕੀਤਾ? 1200 ਨੂੰ 40 ਦੇ ਨਾਲ ਗੁਣਾ ਕਰ ਦਿੱਤੀ। ਠੀਕ, ਆਪਾਂ ਦੇਖਿਆ ਕਿ ਇੱਕ ਰੇਡੀਓ 1200 ਦਾ ਤੇ 40 ਰੇਡੀਓ ਜ਼ਿਆਦਾ ਦੇ ਆਣਗੇ, ਇਸ ਲਈ ਅਸੀਂ 1200 ਨੂੰ 40 ਦੇ ਨਾਲ ਗੁਣਾ ਕਰਤੀ। ਸਿੰਪਲ, 2 0 ਆ ਤੇ 1 0 ਆ, ਪਹਿਲਾਂ ਤਾਂ 3 0 ਆ, ਐਸੇ ਤਰ੍ਹਾਂ ਹੀ ਲਗਾ ਲਓ। ਠੀਕ, ਹੁਣ 12 ਦਾ ਪਹਾੜਾ 4 ਤਾਂ ਕਰ ਲਓ, 12 ਚੌਕ 48। ਠੀਕ, ਸੋ ਉਹਨੇ ਟੋਟਲ ਕਿੰਨੇ ਰੁਪਏ ਖਰਚ ਕਰ ਦਿੱਤੇ? 48000 ਰੁਪਏ ਉਹਨੇ ਖਰਚ ਕਰ ਦਿੱਤੇ। ਕਿਹਦੇ ਉੱਤੇ? ਰੇਡੀਓ ਖਰੀਦਣ ਤੇ। ਸੋ ਇੱਥੇ ਕੀ ਨਿਕਲ ਆਇਆ? 40 ਰੇਡੀਓ ਸੈੱਟ ਦੀ ਕੀਮਤ ਕਿੰਨੀ ਆ ਗਈ? 48000 ਰੁਪਏ। ਉਹਦੇ ਕੋਲ ਕਿੰਨੇ ਸੀ? 78592 ਤੇ ਹੁਣ ਉਹਨੇ ਖਰਚ ਕਰ ਦਿੱਤੇ 48000 ਰੁਪਏ। ਹੁਣ ਉਹਦੇ ਕੋਲ ਬਾਕੀ ਕਿੰਨੇ ਪੈਸੇ ਬਚਣਗੇ? ਉਹੀ ਫਾਰਮੂਲਾ। ਸੋ ਇੱਥੇ ਅਸੀਂ ਲਿਖਾਂਗੇ ਕਿ ਵਪਾਰੀ ਕੋਲ ਸਨ, ਕਿੰਨੇ ਸਨ? 78592। ਠੀਕ ਹੈ, ਖਰਚ ਕਿੰਨੇ ਕਰ ਦਿੱਤੇ? 48000 ਰੁਪਇਆ ਉਹਨੇ ਖਰਚ ਕਰ ਦਿੱਤਾ। ਸੋ ਹੁਣ ਇਹਨਾਂ ਨੂੰ ਘਟਾ ਦਾਂਗੇ ਤੇ ਆਪਣੇ ਕੋਲ ਕੀ ਨਿਕਲ ਆਏਗਾ? ਬਾਕੀ। ਠੀਕ, 2 ਵਿੱਚੋਂ 0 ਘਟਾਤੀ, 2 9 ਵਿੱਚੋਂ 0 ਘਟਾਤੇ, 9 5 ਵਿੱਚੋਂ 0 5, 8 ਚੋਂ 8 ਘਟਾ ਦਈਏ 0, 7 ਚੋਂ 4 ਘਟਾ ਦਈਏ 3। ਸੋ ਇਹ ਸਾਡੇ ਕੋਲ ਬਾਕੀ ਰਾਸ਼ੀ ਰਹਿ ਗਈ, ਸਾਡੇ ਕੋਲ ਨਹੀਂ, ਉਸ ਵਪਾਰੀ ਕੋਲ। ਨੈਕਸਟ 8th, ਇੱਕ ਵਿਦਿਆਰਥੀ ਨੇ 7236 ਨੂੰ 56 ਦੀ ਬਜਾਏ 65 ਨਾਲ ਗੁਣਾ ਕਰ ਦਿੱਤਾ। ਸਹੀ ਉੱਤਰ ਨਾਲੋਂ ਉਸ ਦਾ ਉੱਤਰ ਕਿੰਨਾ ਜ਼ਿਆਦਾ ਸੀ? ਸੋ ਇਹਦੇ ਵਿੱਚ ਸਾਨੂੰ ਇੱਕ ਸੰਕੇਤ ਦਿੱਤਾ ਹੈ ਕਿ ਦੋਵੇਂ ਗੁਣਨਫਲ ਪਤਾ ਕਰਨ ਦੀ ਲੋੜ ਨਹੀਂ। ਹੁਣ ਇਸ ਨੂੰ ਵੀ ਸੌਖਿਆ ਸਮਝਣ ਲਈ ਅਸੀਂ ਇਸ ਨੂੰ ਛੋਟੀ ਰਕਮ 'ਚ ਲੈ ਜਾਂਦੇ ਹਾਂ। ਮੰਨ ਲਓ ਤੁਸੀਂ 9 ਨੂੰ 2 ਨਾਲ ਗੁਣਾ ਕਰਨਾ ਚਾਹੁੰਦੇ ਸੀ, ਪਰ ਉਹ ਗਲਤੀ ਨਾਲ ਕਿਹਦੇ ਨਾਲ ਗੁਣਾ ਹੋ ਗਈ? 3 ਦੇ ਨਾਲ। ਤੇ ਦੋਨਾਂ ਦੇ ਵਿੱਚ ਫਰਕ ਕਿੰਨਾ ਆਏਗਾ? ਸਿੰਪਲ, ਕਿ ਜੇ ਤੁਸੀਂ 2 ਦੇ ਨਾਲ ਕਰਦੇ ਤਾਂ 18 ਆਣਾ ਸੀ। ਠੀਕ ਹੈ, ਤੇ ਜੇ 3 ਦੇ ਨਾਲ ਕਰਦੇ ਤਾਂ 27 ਆਣਾ ਸੀ। ਸੋ ਫਰਕ ਕਿੰਨਾ ਆਣਾ ਸੀ? ਸੋ ਇਹਨੂੰ ਸਮਝਣ ਲਈ ਆਪਾਂ ਦੇਖਾਂਗੇ ਕਿ ਇਹਨਾਂ ਦੋਨਾਂ ਵਿੱਚ ਕੀ ਫਰਕ ਹੈ। ਜੋ ਇਹਨਾਂ ਦੋਨਾਂ ਵਿੱਚ ਫਰਕ ਹੋਏਗਾ ਉਹਨੂੰ ਅਸੀਂ 9 ਦੇ ਨਾਲ ਗੁਣਾ ਕਰ ਦਾਂਗੇ। ਠੀਕ, ਸੋ 3 ਤੇ 2 ਵਿੱਚ ਕੀ ਫਰਕ ਹੈ? 1 ਦਾ। ਸੋ ਉਸ ਨੂੰ 9 ਦੇ ਨਾਲ ਗੁਣਾ ਕਰ ਦਾਂਗੇ ਤੇ ਉਹ ਕੀ ਆ ਜਾਏਗਾ? 9 ਏਕਮ 9, ਤੋਂ ਭਾਵ ਦੋਨਾਂ ਵਿੱਚ ਫਰਕ ਕੀ ਆ ਗਿਆ? 9 ਦਾ। ਠੀਕ, ਸੋ ਇਹਨੂੰ ਆਪਾਂ ਦੂਸਰੇ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਇਸੇ ਹੀ ਰਕਮ ਨੂੰ ਥੋੜਾ ਹੋਰ ਕੰਪਲਿਕੇਟਡ ਕਰ ਦਿੰਦੇ, ਭਾਵ ਇੱਕ ਨੈਕਸਟ ਸਟੈਪ ਤੇ ਮੰਨ ਲਓ ਤੁਸੀਂ 3 ਦੇ ਨਾਲ ਗੁਣਾ ਕਰਨੀ ਸੀ। ਠੀਕ ਹੈ, ਤੇ ਤੁਸੀਂ ਕਰ ਦਿੱਤੀ 8 ਦੇ ਨਾਲ। ਠੀਕ, ਓਕੇ। ਸੋ ਹੁਣ ਦੋਨਾਂ ਵਿੱਚ ਫਰਕ ਕਿੰਨਾ ਹੈ? 8 ਤੇ 3 ਦੇ ਵਿੱਚ 5 ਦਾ ਫਰਕ ਹੈ। ਸੋ ਜੇ ਤੁਸੀਂ 12 ਨੂੰ 5 ਦੇ ਨਾਲ ਗੁਣਾ ਕਰ ਦੋਗੇ ਤਾਂ ਇਹਨਾਂ ਦੋਨਾਂ ਦੀ ਗੁਣਾ ਦਾ ਫਰਕ ਨਿਕਲ ਜਾਏਗਾ। 12 5 60। ਠੀਕ ਹੈ, ਆਪਾਂ ਇੱਥੇ ਵੀ ਕਰਕੇ ਦੇਖ ਲੈਂਦੇ ਹਾਂ। 12 3 36, ਓਕੇ, 12 8 96। ਸੋ 96 ਤੇ 36 ਦੇ ਵਿੱਚ ਕੀ ਫਰਕ ਹੈ? 60 ਦਾ। ਠੀਕ, ਸੋ ਸੌਖਾ ਤਰੀਕਾ ਇਹੀ ਹੈ ਕਿ ਜਦੋਂ ਅਸੀਂ ਦੋਨੋਂ ਗੁਣਨਫਲ ਨਹੀਂ ਕੱਢਣੇ ਤਾਂ ਅਸੀਂ ਦੋਨਾਂ ਦੇ ਗੁਣਜ ਦਾ ਅੰਤਰ ਕੱਢ ਕੇ ਉਸ ਨੂੰ 12 ਦੇ ਨਾਲ ਮਲਟੀਪਲਾਈ ਕਰਕੇ ਆਨਸਰ ਲੈ ਸਕਦੇ ਹਾਂ। ਸੋ ਇਹੀ ਫਾਰਮੂਲਾ ਅਸੀਂ ਇਸ ਸਵਾਲ ਵਿੱਚ ਲਗਾਵਾਂਗੇ। ਹੁਣ ਉਸਨੇ ਕੀਤਾ ਕਿ 7236 ਨੂੰ 56 ਦੇ ਨਾਲ ਗੁਣਾ ਕਰਨੀ ਸੀ, ਪਰ ਗਲਤੀ ਦੇ ਨਾਲ ਉਸਨੇ 65 ਨਾਲ ਗੁਣਾ ਕਰ ਦਿੱਤੀ। ਫਾਰਮੂਲਾ ਸੇਮ। ਸੋ ਦੋਨਾਂ ਦਾ ਅਸੀਂ ਅੰਤਰ ਲੈ ਲਾਂਗੇ। 65 ਤੇ 56 ਵਿੱਚ ਅੰਤਰ ਕਿੰਨਾ ਹੈ? 9 ਦਾ। ਸੋ
7236 ਨੂੰ ਅਸੀਂ 9 ਦੇ ਨਾਲ ਗੁਣਾ ਕਰ ਦਾਂਗੇ। ਠੀਕ, ਸੋ ਸਾਡਾ ਇਹਨਾਂ ਦੋਨਾਂ ਦੀ ਗੁਣਾ ਦੇ ਵਿਚਕਾਰ ਜੋ ਡਿਫਰੈਂਸ ਹੈ, ਅੰਤਰ ਹੈ, ਉਹ ਇਸ ਤਰੀਕੇ ਨਾਲ ਨਿਕਲ ਆਏਗਾ ਬਿਨਾ ਇਹਨਾਂ ਦੋਨਾਂ ਦਾ ਗੁਣਨਫਲ ਕੱਢੇ। ਸੋ 7236 ਨੂੰ ਅਸੀਂ 9 ਦੇ ਨਾਲ ਗੁਣਾ ਕਰ ਲਾਂਗੇ। 9 ਛੀਕ 54, 5 ਹਾਸਲ ਦਿਮਾਗ ਵਿੱਚ ਰੱਖ ਲਓ। 9 ਤੀਆ 27 ਤੇ 5 32 3, 9 दूनी 18 ਤੇ 3 21 2, 9 7 63 ਤੇ 2 65। ਸੋ 65124 ਇਹ ਇੰਨਾ ਫਰਕ ਆ ਗਿਆ ਦੋਨਾਂ ਦੇ ਗੁਣਨਫਲ ਦੇ ਵਿੱਚ। ਓਕੇ, ਸੋ ਜਵਾਬ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਸਹੀ ਉੱਤਰ ਨਾਲੋਂ ਉਸ ਦਾ ਉੱਤਰ 65124 ਜ਼ਿਆਦਾ ਸੀ। 9th, ਇੱਕ ਕਮੀਜ਼ ਸਿਉਣ ਲਈ 2 ਮੀਟਰ 15 ਸੈਂਟੀਮੀਟਰ ਕੱਪੜਾ ਚਾਹੀਦਾ ਹੈ। 40 ਮੀਟਰ ਕੱਪੜੇ ਵਿੱਚ ਕਿੰਨੀਆਂ ਕਮੀਜ਼ਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਕਿੰਨਾ ਕੱਪੜਾ ਬਾਕੀ ਬਚੇਗਾ। ਸੋ ਇਹ ਕਿਸ ਤਰ੍ਹਾਂ ਕਰਾਂਗੇ? ਸੋ ਸਭ ਤੋਂ ਪਹਿਲਾਂ ਅਸੀਂ ਇਸ ਨੂੰ ਸਿੰਪਲੀਫਾਈਡ ਇਸ ਤਰੀਕੇ ਨਾਲ ਕਰਾਂਗੇ ਕਿ ਜੋ ਮੀਟਰ ਅਤੇ ਸੈਂਟੀਮੀਟਰ ਅਲੱਗ-ਅਲੱਗ ਹਨ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਹੀ ਸੈਗਮੈਂਟ 'ਚ ਲਾਵਾਂਗੇ, ਉਹ ਹੈ ਸੈਂਟੀਮੀਟਰ। ਠੀਕ, ਸੋ 2 ਮੀਟਰ ਤੇ 12 ਸੈਂਟੀਮੀਟਰ, 2 ਮੀਟਰ ਦੇ ਸੈਂਟੀਮੀਟਰ ਬਣਾ ਲਓ 200 ਤੇ 12 ਪਹਿਲਾਂ ਹੀ ਹਨ ਸੈਂਟੀਮੀਟਰ, ਤੋਂ ਕਿੰਨੇ ਸੈਂਟੀਮੀਟਰ ਹੋ ਗਏ? 212 ਸੈਂਟੀਮੀਟਰ। ਸੋ ਇਹ ਕਿਸ ਤਰ੍ਹਾਂ ਕਰਾਂਗੇ ਕਿ 212 ਸੈਂਟੀਮੀਟਰ ਕੱਪੜੇ ਨਾਲ ਬਣਦੀ ਹੈ ਇੱਕ ਕਮੀਜ਼। ਉਹਨੇ ਦਿੱਤਾ ਹੋਇਆ ਨਾ ਕਿ 2 ਮੀਟਰ 12 ਸੈਂਟੀਮੀਟਰ ਨਾਲ ਇੱਕ ਕਮੀਜ਼ ਬਣਦੀ ਹੈ। ਸੋ ਅਸੀਂ ਉਸ ਨੂੰ ਸੈਂਟੀਮੀਟਰ ਵਿੱਚ ਕਨਵਰਟ ਕਰ ਲਿਆ। 212 ਸੈਂਟੀਮੀਟਰ ਕੱਪੜੇ ਨਾਲ ਬਣਦੀ ਹੈ ਇੱਕ ਕਮੀਜ਼। ਤਾਂ 1 ਸੈਂਟੀਮੀਟਰ ਕੱਪੜੇ ਨਾਲ ਜ਼ਿਆਦਾ ਕਮੀਜ਼ਾਂ ਬਣਨਗੀਆਂ ਘੱਟ। ਜੇ ਘੱਟ ਬਣਨਗੀਆਂ ਤੇ ਅਸੀਂ ਉਹਨਾਂ ਨੂੰ ਡਿਵਾਈਡ ਕਰ ਲਾਂਗੇ 1/215 1/215। 4000 ਸੈਂਟੀਮੀਟਰ 40 ਮੀਟਰ ਨਾ, ਸੋ ਮੀਟਰ ਨੂੰ ਆਪਾਂ ਸੈਂਟੀਮੀਟਰ ਚ ਕਨਵਰਟ ਕਰ ਲਿਆ। 1 ਮੀਟਰ ਚ ਸੈਂਟੀਮੀਟਰ ਹੁੰਦੇ ਹਨ 100, 2 ਵਿੱਚ 200, 3 ਚ 300 ਤੇ 40 ਵਿੱਚ 40 ਯਾਨੀ 4000 ਸੈਂਟੀਮੀਟਰ ਕੱਪੜੇ ਨਾਲ ਕਮੀਜ਼ਾਂ ਜ਼ਿਆਦਾ ਬਣਨਗੀਆਂ। ਜੇ ਜ਼ਿਆਦਾ ਬਣਨਗੀਆਂ ਤਾਂ ਆਪਾਂ ਮਲਟੀਪਲਾਈ ਕਰਾਂਗੇ, ਗੁਣਾ ਕਰਾਂਗੇ। ਸੋ 1/215 ਇਹ ਇੱਥੇ ਆ ਗਿਆ ਸੀ। ਸੋ ਇਹਨੂੰ ਅਸੀਂ ਗੁਣਾ 4000 ਕਰ ਦਿਆਂਗੇ। ਠੀਕ, ਸੋ 4000 ਨੂੰ 1 ਨਾਲ ਗੁਣਾ ਕੀਤੀ 4000 ਆ ਗਿਆ। नीचे बटा 215 सेम रहेगा। सो बटे तो भाव होता भाग करना। 4000 ਨੂੰ ਅਸੀਂ ਵਿੱਚ ਰੱਖਿਆ, 215 ਨੂੰ ਬਾਹਰ। ਸੋ ਇਹਨਾਂ ਨੂੰ ਅਸੀਂ ਭਾਗ ਕਰ ਦੇਣਾ ਹੈ। 215 ਦਾ ਪਹਾੜਾ ਗਿਣ ਲਓ। 215 ਏਕਮ 215, ठीक है। 215 दूना 430 हो जाएगा, पर यह फिर 400 तो ज़्यादा बढ़ जाएगा, जो कि असी नहीं करना। 400 ਦੇ ਵਿੱਚੋਂ 215 ਘਟਾ ਦਿਓ, 10 ਚੋਂ 5 ਘਟਾ ਦਈਏ 5 ਤੇ 9 ਚੋਂ 1 ਘਟਾ ਦਈਏ 8, ठीक। सो 3 ਚੋਂ 2 ਘਟਾ ਦਈਏ 1, 185 ਰਹਿ ਗਿਆ। ਸੋ ਆ 0 ਵੀ ਇੱਥੇ ਉਤਾਰ ਲਓ, 1850। ਹੁਣ 215 ਦਾ ਪਹਾੜਾ 1850 ਤੋਂ ਉੱਪਰ ਨਹੀਂ ਜਾਣਾ ਚਾਹੀਦਾ। ਇਹਦਾ ਇੱਕ ਤਰੀਕਾ ਹੁੰਦਾ ਕਿ 2 ਦਾ ਪਹਾੜਾ ਗਿਣ ਲਓ। 2 ਦਾ ਪਹਾੜਾ 18 ਤੋਂ ਅੱਗੇ ਨਹੀਂ ਜਾਣਾ ਚਾਹੀਦਾ। 2 ਨਾ 18, ਪਰ ਕਿਉਂਕਿ 15 ਦੀ ਵੀ ਕੈਲਕੂਲੇਸ਼ਨ ਹੋਣੀ ਹੈ, ਸੋ ਆਪਾਂ ਇੱਕ ਡਿਜਿਟ ਪਿੱਛੇ ਲੈ ਕੇ ਚੱਲਦੇ ਹਾਂ। 215 8 8 5 40, 8 1 8 ਤੇ 4 12, 8 2 16 ਤੇ 1 17। ओके, ਹੁਣ ਇਹਨਾਂ ਨੂੰ ਮਾਈਨਸ ਕਰ ਲਓ। 0 5 ਚੋਂ 2 ਘਟਾ ਦਈਏ 3, 8 ਵਿੱਚੋਂ 7 ਘਟਾ ਦਿਓ 1, 130 ਸੈਂਟੀਮੀਟਰ ਆ ਗਿਆ। ਸੋ ਇੱਥੋਂ ਸਾਨੂੰ ਪਤਾ ਕੀ ਚੱਲਿਆ? ਸਾਨੂੰ ਪਤਾ ਚੱਲਿਆ ਕਿ 4000 ਸੈਂਟੀਮੀਟਰ ਭਾਵ 40 ਮੀਟਰ ਕੱਪੜਾ, ਉਹਦੇ ਵਿੱਚ 215 ਸੈਂਟੀਮੀਟਰ ਦੀ ਇੱਕ ਕਮੀਜ਼ ਭਾਵ 2 ਮੀਟਰ ਤੇ 15 ਸੈਂਟੀਮੀਟਰ ਦੀ ਜੇ ਇੱਕ ਕਮੀਜ਼, ਠੀਕ ਹੈ, ਕੱਢਣੀ ਹੋਵੇ ਤਾਂ ਇੰਨੇ ਕੱਪੜੇ ਵਿੱਚੋਂ ਕਿੰਨੀਆਂ ਕਮੀਜ਼ਾਂ ਨਿਕਲਣਗੀਆਂ? ਸੋ ਇਹ ਕੁਐਸਚਨ ਸੀ। ਸੋ ਆਪਾਂ ਇਸ ਨੂੰ ਇਹਦੇ ਨਾਲ ਭਾਗ ਕਰ ਦਿੱਤਾ ਤੇ ਕਿੰਨੀਆਂ ਕਮੀਜ਼ਾਂ ਨਿਕਲੀਆਂ? 18 ਕਮੀਜ਼ਾਂ। ਸੋ 2 ਮੀਟਰ 15 ਸੈਂਟੀਮੀਟਰ ਦੀਆਂ 18 ਕਮੀਜ਼ਾਂ ਨਿਕਲਣਗੀਆਂ, ਪਰ ਕੱਪੜਾ ਕਿੰਨਾ ਬਚੇਗਾ? 130 ਸੈਂਟੀਮੀਟਰ। ਸੋ ਇੱਥੇ ਅਸੀਂ ਲਿਖਾਂਗੇ ਕਿ 18 ਕਮੀਜ਼ਾਂ ਤੇ ਕੱਪੜਾ ਕਿੰਨਾ ਬਚਿਆ? 1 ਮੀਟਰ 30 ਸੈਂਟੀਮੀਟਰ ਕੱਪੜਾ ਬਚੇਗਾ। ਨੈਕਸਟ 10th, ਦਵਾਈਆਂ ਨੂੰ ਡੱਬਿਆਂ ਵਿੱਚ ਰੱਖਿਆ ਗਿਆ ਹੈ ਅਤੇ ਹਰੇਕ ਡੱਬੇ ਦਾ ਭਾਰ 4 ਕਿਲੋਗ੍ਰਾਮ 500 ਗ੍ਰਾਮ ਹੈ, ਭਾਵ 4.5 ਕਿਲੋ ਹੈ। ਇਸ ਤਰ੍ਹਾਂ ਦੇ ਕਿੰਨੇ ਡੱਬੇ ਇੱਕ ਵੈਨ ਵਿੱਚ ਲੱਦੇ ਜਾ ਸਕਦੇ ਹਨ ਜਿਹੜੀ ਕਿ 800 ਕਿਲੋਗ੍ਰਾਮ ਤੋਂ ਜ਼ਿਆਦਾ ਭਾਰ ਨਹੀਂ ਲਿਜਾ ਸਕਦੀ? ਸੋ ਇਸ ਨੂੰ ਵੀ ਅਸੀਂ ਉਸੇ ਤਰੀਕੇ ਨਾਲ ਹੱਲ ਕਰਾਂਗੇ, ਇਕਾਈ ਲਗਾ ਕੇ, ਠੀਕ।
ਸੋ ਆਪਾਂ ਨੂੰ ਸਭ ਤੋਂ ਪਹਿਲਾਂ ਪਤਾ ਚੱਲਿਆ ਕਿ ਇੱਕ ਡੱਬੇ ਦਾ ਭਾਰ ਕਿੰਨਾ 4 ਕਿਲੋ 500 ਗ੍ਰਾਮ। ਤੇ ਜੇ ਅਸੀਂ ਇਸ ਨੂੰ ਦੂਸਰੇ ਤਰੀਕੇ ਨਾਲ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ 4500 ਗ੍ਰਾਮ ਭਾਰ, ਠੀਕ ਹੈ। 4 ਕਿਲੋ ਤੇ 500 ਗ੍ਰਾਮ ਕਿੰਨਾ ਹੋ ਗਿਆ? 4 ਕਿਲੋ ਨੂੰ ਤੁਸੀਂ ਗ੍ਰਾਮਾਂ ਦੇ ਵਿੱਚ ਚੇਂਜ ਕਰ ਲਓ ਤੇ 4 ਕਿਲੋ ਦਾ ਕੀ ਹੋ ਜਾਏਗਾ? 4000 ਤੇ ਆਪਣੇ ਕੋਲ 500 ਗ੍ਰਾਮ ਪਹਿਲਾਂ ਹੀ ਹੈ, ਸੋ ਦੋਨਾਂ ਨੂੰ ਅਸੀਂ ਗ੍ਰਾਮਾਂ ਵਿੱਚ ਕਰ ਲਿਆ। 4500 ਗ੍ਰਾਮ ਭਾਵ 4500 ਗ੍ਰਾਮ, ਠੀਕ ਹੈ। ਕਿੰਨੇ ਡੱਬਿਆਂ ਵਿੱਚ ਆਂਦਾ? ਇੱਕ ਡੱਬੇ ਵਿੱਚ, ਠੀਕ ਹੈ। ਆਪਾਂ ਇਹੀ ਕੱਢਣਾ ਨਾ ਕਿ ਕਿੰਨੇ ਡੱਬੇ ਲੱਗਣਗੇ, ਠੀਕ ਹੈ। ਸੋ ਜਿਹੜੀ ਚੀਜ਼ ਆਪਾਂ ਕੱਢਣੀ ਹੁੰਦੀ ਹੈ ਉਸ ਨੂੰ ਅਸੀਂ ਪਿੱਛੇ ਰੱਖੀਦਾ ਹੈ। ਸੋ ਜੇ 4500 ਗ੍ਰਾਮ ਭਾਰ ਆਉਂਦਾ ਹੈ ਇੱਕ ਡੱਬੇ ਵਿੱਚ ਤੇ 1 ਗ੍ਰਾਮ ਭਾਰ ਕਿੰਨੇ ਡੱਬੇ ਚ ਆਏਗਾ? ਘਾਟੇ ਚ ਹੀ ਆਏਗਾ ਨਾ। ਸੋ ਆਪਾਂ ਇਹ ਕਰਾਂਗੇ 1/4500 ਭਾਵ 1/4500। ਇਸੇ ਤਰ੍ਹਾਂ ਹੁਣ ਸਾਡੀ ਗੱਡੀ ਵਿੱਚ ਕਿੰਨੀ ਸਮਰੱਥਾ ਹੈ? ਉਹ ਕਿੰਨਾ ਭਾਰ ਲੈ ਕੇ ਜਾ ਸਕਦੀ ਹੈ? 800 ਕਿਲੋ, ਠੀਕ ਹੈ। ਕਿਲੋ ਦੇ ਵਿੱਚ ਕੀ ਹੁੰਦੇ ਆ? 1000। 1 ਕਿਲੋਗ੍ਰਾਮ ਵਿੱਚ ਕਿੰਨੇ ਗ੍ਰਾਮ ਹੁੰਦੇ ਹਨ? 1000। ਸੋ ਆਪਾਂ 3 ਜ਼ੀਰੋਆਂ ਦੇ ਨਾਲ ਲਾ ਦਾਂਗੇ। ਸੋ ਇਹ ਵੀ ਕੀ ਬਣ ਜਾਏਗਾ? 800,000 ਭਾਵ 8 ਲੱਖ ਗ੍ਰਾਮ, ਠੀਕ। ਸੋ 8 ਲੱਖ ਗ੍ਰਾਮ ਭਾਰ ਆਉਂਦਾ ਹੈ। ਸੋ 8 ਲੱਖ ਗ੍ਰਾਮ ਭਾਰ ਤਾਂ ਜ਼ਿਆਦਾ ਡੱਬਿਆਂ 'ਚ ਆਏਗਾ, ਤਾਂ ਜ਼ਿਆਦਾ ਡੱਬਿਆਂ 'ਚ ਆਏਗਾ, ਇਸ ਕਰਕੇ ਅਸੀਂ ਇਸ ਨੂੰ ਗੁਣਾ ਕਰ ਦਾਂਗੇ। 1/4500 ਗੁਣਾ 8 ਲੱਖ, ਠੀਕ ਹੈ। ਨੀਚੇ ਕੀ ਆ ਗਿਆ? 8 ਲੱਖ ਬਟਾ 4500। ਸੋ 8 ਲੱਖ ਨੂੰ ਉੱਪਰ ਰੱਖੋ, 4500 ਦੇ ਨਾਲ ਭਾਗ ਕਰ ਦਿਓ। ਸੋ ਕੁਝ ਭਾਗ ਤਾਂ ਅਸੀਂ ਇੱਥੇ ਹੀ ਕਰ ਸਕਦੇ ਹਾਂ ਕਿ 2 ਜ਼ੀਰੋਆਂ ਦੇ ਨਾਲ 2 ਜ਼ੀਰੋਆਂ ਇੱਥੇ ਹੀ ਕੱਟ ਸਕਦੇ ਹਾਂ, ਠੀਕ। ਸੋ ਹੁਣ ਰਹਿ ਗਿਆ ਸਾਡੇ ਕੋਲ 8000, ਜਿਹਨੂੰ ਅਸੀਂ 45 ਦੇ ਨਾਲ ਭਾਗ ਕਰਨੀ ਹੈ। ਸੋ 45 ਦਾ ਪਹਾੜਾ 80 ਤੋਂ ਵਧਣਾ ਨਹੀਂ ਚਾਹੀਦਾ, 45 ਦੂਣਾ 90, ਪਰ ਅਸੀਂ 45 ਏਕਮ 45 ਹੀ ਕਰਾਂਗੇ, ਓਕੇ। ਸੋ 10 ਚੋਂ 5 ਘਟਾ ਦਈਏ 5, ਓਕੇ। ਇੱਥੇ ਕਿੰਨਾ ਰਹਿ ਗਿਆ? 7, 7 ਚੋਂ 4 ਘਟਾ ਦਈਏ 3, ਅੱਗੇ 0 ਉਤਾਰ ਲਓ। ਹੁਣ 45 ਦਾ ਪਹਾੜਾ 350 ਤੋਂ ਅੱਗੇ ਨਹੀਂ ਜਾਣਾ ਚਾਹੀਦਾ। ਸੋ ਇੱਥੇ ਪਹਾੜਾ ਗਿਣਨ ਦੀ ਲੋੜ ਨਹੀਂ ਹੈ। ਸੋ ਤੁਸੀਂ ਪਹਿਲਾ ਅੰਕ ਲੈ ਲੈਣਾ, ਉਸ ਨੂੰ 35 ਤੋਂ ਅੱਗੇ ਨਹੀਂ ਜਾਣ ਦੇਣਾ। 4 8 32, ਓਕੇ। ਹੁਣ ਜੋ ਸਾਡਾ ਜਵਾਬ ਆਏਗਾ ਉਹ ਜਾਂ ਤਾਂ ਹੋ ਸਕਦਾ ਕਿ ਇੱਕ ਅੰਕ ਪਿੱਛੇ ਆਵੇ ਜਾਂ ਹੋ ਸਕਦਾ ਸੇਮ ਆ ਜਾਏ। ਸੋ ਆਪਾਂ ਇਸ ਨੂੰ ਇੱਕ ਅੰਕ ਪਿੱਛੇ ਲੈ ਕੇ ਚੱਲਦੇ ਹਾਂ, ਭਾਵ 45 7। ਸੋ 7 5 35, 7 ਚੋਂ 28 ਤੇ 3 31, ਠੀਕ। ਸੋ ਇਹਨਾਂ ਨੂੰ ਘਟਾ ਦਿਓ, 10 ਚੋਂ 5 ਘਟਾ ਦਈਏ 5, 4 ਚੋਂ 1 ਘਟਾ ਦਈਏ 3। ਸੋ ਇਸ ਤੋਂ ਛੋਟਾ ਆਇਆ, ਇਹਦਾ ਮਤਲਬ ਅਸੀਂ ਠੀਕ ਹਾਂ। ਸੋ ਅਸੀਂ ਇਸ ਦੀ ਠੀਕ ਗੁਣਾ ਕਰ ਲਈ ਹੈ। ਨੀਚੇ 35, ਹੁਣ ਅੱਗੋਂ 0 ਉਤਾਰ ਲਓ। ਸੋ ਸੇਮ ਆ ਗਿਆ, ਹਨਾ। ਸੋ ਸੇਮ ਕੀ ਆਏਗਾ? 45 7 315 ਤੇ ਨੀਚੇ ਵੀ ਉਹੀ 35 ਬਚ ਜਾਏਗਾ। ਸੋ ਕਹਿਣ ਤੋਂ ਭਾਵ 4 ਕਿਲੋ ਤੇ 500 ਗ੍ਰਾਮ ਦੇ ਜਿਹੜੇ ਡੱਬੇ ਹਨ ਉਹ 800 ਕਿਲੋ ਲੈ ਕੇ ਜਾਣ ਵਾਲੀ ਗੱਡੀ 177 ਡੱਬੇ ਲੈ ਕੇ ਜਾ ਸਕਦੀ ਹੈ। ਹੋਰ ਵੱਧ ਤੋਂ ਵੱਧ ਉਹ ਭਾਰ 35 ਗ੍ਰਾਮ ਲੈ ਕੇ ਜਾ ਸਕਦੀ ਹੈ, ਪਰ ਸਾਡਾ ਡੱਬਾ 4 ਕਿਲੋ 500 ਗ੍ਰਾਮ ਦਾ ਹੈ। ਸੋ ਵੱਧ ਤੋਂ ਵੱਧ 177 ਡੱਬੇ ਲੈ ਕੇ ਜਾਏਗੀ। ਸੋ ਜਵਾਬ ਕੀ ਆ ਗਿਆ? 177 ਬਕਸੇ। ਨੈਕਸਟ 11th, ਇੱਕ ਵਿਦਿਆਰਥੀ ਦੇ ਘਰ ਅਤੇ ਸਕੂਲ ਦੀ ਦੂਰੀ 1 ਕਿਲੋਮੀਟਰ 875 ਮੀਟਰ ਹੈ। ਉਹ ਹਰ ਰੋਜ਼ ਇਹ ਦੂਰੀ 2 ਵਾਰ ਤੈਅ ਕਰਦੀ ਹੈ। 6 ਦਿਨਾਂ ਵਿੱਚ ਉਹ ਕੁੱਲ ਕਿੰਨੀ ਦੂਰੀ ਤੈਅ ਕਰੇਗੀ? ਇਸ ਨੂੰ ਵੀ ਕਰਨ ਦਾ ਬਹੁਤ ਸਿੰਪਲ ਵੇ ਹੈ। ਸਭ ਤੋਂ ਪਹਿਲਾਂ ਕੀ ਲਿਖਾਂਗੇ? ਘਰ ਅਤੇ ਸਕੂਲ ਦੀ ਦੂਰੀ। ਸੋ ਉਹ ਸਾਨੂੰ ਪਤਾ ਚੱਲਿਆ ਕਿ 1 ਕਿਲੋਮੀਟਰ ਤੇ 875 ਮੀਟਰ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, 1.875 ਕਿਲੋਮੀਟਰ। ਸੈਕਿੰਡ, ਹਰ ਰੋਜ਼ ਤੈਅ ਕਰਦੀ ਹੈ। ਕਿੰਨੀ ਦੂਰੀ ਤੈਅ ਕਰਦੀ ਹੈ? 2 ਵਾਰੀ। ਸੋ ਆਪਾਂ 2 ਨਾਲ ਇਸ ਨੂੰ ਗੁਣਾ ਕਰ ਦਾਂਗੇ। 2 ਗੁਣਾ 1.875, ਠੀਕ ਹੈ। ਡਬਲ ਵਾਰੀ ਕਰਦੀ ਹੈ ਨਾ ਤੈਅ। ਸੋ ਦੋਨਾਂ ਨੂੰ ਗੁਣਾ ਕਰਕੇ ਕਿੰਨਾ ਆ ਗਿਆ? 3 ਕਿਲੋਮੀਟਰ ਤੇ 750 ਮੀਟਰ, ਭਾਵ 3.750 ਕਿਲੋਮੀਟਰ, ਠੀਕ। ਨੈਕਸਟ, ਹੁਣ ਉਹਨੇ ਅਗਲਾ ਕੁਐਸਚਨ ਪੁੱਛਿਆ ਸੀ ਕਿ 6 ਦਿਨਾਂ ਵਿੱਚ ਕਿੰਨੀ ਦੂਰੀ ਉਹ ਤੈਅ ਕਰੇਗੀ। ਸੋ ਇਹ ਸਾਡੇ ਕੋਲ 3.750 ਕਿਲੋਮੀਟਰ ਇੱਕ ਦਿਨ ਦੀ ਆ ਗਈ ਸੀ। ਸੋ 6 ਨਾਲ ਇਸ ਨੂੰ ਗੁਣਾ ਕਰ ਲਓ। ਸੋ 3.750 ਨੂੰ 6 ਨਾਲ ਗੁਣਾ ਕੀਤੀ 6 0 0, 6 5 30 3 ਹਾਸਲ, 6 7 42 ਤੇ 3 45 4 ਹਾਸਲ, 6 30 18 ਤੇ 4 22। ਸੋ 22.500 ਭਾਵ 22 ਕਿਲੋਮੀਟਰ ਤੇ 500 ਮੀਟਰ ਉਹ 6 ਦਿਨਾਂ ਦੇ ਵਿੱਚ ਦੂਰੀ ਤੈਅ ਕਰੇਗੀ। ਨੈਕਸਟ 12th, ਇੱਕ ਬਰਤਨ ਵਿੱਚ 4 ਲੀਟਰ 500 ਮਿਲੀਲੀਟਰ ਦਹੀਂ ਹੈ, ਭਾਵ 4.5 ਲੀਟਰ। 25 ਮਿਲੀਲੀਟਰ ਵਾਲੀ ਸਮਰੱਥਾ ਵਾਲੇ ਕਿੰਨੇ ਗਲਾਸ
ਇਸ ਨਾਲ ਭਰੇ ਜਾ ਸਕਦੇ ਹਨ। ਸੋ ਇਸ ਨੂੰ ਵੀ ਕਰਨ ਦਾ ਹੀ ਸੇਮ ਤਰੀਕਾ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਕੀ ਦਿੱਤਾ ਗਿਆ ਹੈ ਕਿ ਇੱਕ ਬਰਤਨ ਵਿੱਚ ਕਿੰਨੀ ਦਹੀਂ ਹੈ 4.500 ਲੀਟਰ ਭਾਵ 4 ਲੀਟਰ ਤੇ 500 ਮਿਲੀਲੀਟਰ। ਸੋ ਆਪਾਂ ਇਸ ਨੂੰ ਵੀ ਮਿਲੀਲੀਟਰ ਚ ਕਨਵਰਟ ਕਰ ਲਾਂਗੇ, ਪੁਆਇੰਟ ਉਡਾ ਦਾਂਗੇ। ਸੋ 4500 ਮਿਲੀਲੀਟਰ ਇਹ ਦਹੀਂ ਸਾਡੇ ਕੋਲ ਹੈ। ਹੁਣ ਅਗਲਾ ਕੀ ਹੈ, ਅੱਗੇ ਸਾਨੂੰ ਇਹ ਕਹਿੰਦਾ 25 ਮਿਲੀਲੀਟਰ ਦੇ ਨਾਲ ਇੱਕ ਗਲਾਸ ਭਰਿਆ ਜਾਂਦਾ ਹੈ। ਠੀਕ, ਸੋ ਆਪਾਂ ਲਿਖ ਦਾਂਗੇ ਜੇ 25 ਮਿਲੀਲੀਟਰ ਨਾਲ ਭਰਿਆ ਜਾਂਦਾ ਹੈ ਇੱਕ ਗਲਾਸ, ਤਾਂ ਇਹ ਦੱਸੋ 1 ਮਿਲੀਲੀਟਰ ਨਾਲ ਕਿੰਨੇ ਗਲਾਸ ਭਰੇ ਜਾਣਗੇ? ਘੱਟ ਭਰੇ ਜਾਣਗੇ ਹਨਾ। 25 ਮਿਲੀਲੀਟਰ ਨਾਲ ਜੇ 1 ਗਲਾਸ ਭਰਿਆ ਜਾਂਦਾ ਤਾਂ 1 ਮਿਲੀਲੀਟਰ ਨਾਲ ਭਰਿਆ ਜਾਂਦਾ ਹੈ 1 ਗਲਾਸ ਵੀ ਨਹੀਂ ਭਰਿਆ ਜਾਏਗਾ ਹਨਾ। 1/25 ਓਕੇ, 1/25 ਗਲਾਸ ਭਰਿਆ ਜਾਏਗਾ। ਇਸ ਲਈ 4500 ਮਿਲੀਲੀਟਰ ਨਾਲ ਕਿੰਨੇ ਗਲਾਸ ਭਰੇ ਜਾਣਗੇ? ਸੋ ਇਹੀ ਜਵਾਬ ਅਸੀਂ ਕੱਢਣਾ। ਸੋ ਆਪਾਂ ਦੇਖਿਆ ਕਿ 1 ਮਿਲੀਲੀਟਰ ਦੇ ਨਾਲ ਇੰਨੇ ਗਲਾਸ ਭਰੇ ਜਾਣਗੇ 1/25, ਤਾਂ 4500 ਮਿਲੀਲੀਟਰ ਨਾਲ ਤਾਂ ਜ਼ਿਆਦਾ ਗਲਾਸ ਭਰੇ ਜਾਣਗੇ। ਇਸ ਕਰਕੇ ਅਸੀਂ 1 ਨੂੰ 4500 ਮਿਲੀਲੀਟਰ ਨਾਲ ਗੁਣਾ ਕਰ ਦਾਂਗੇ। ਸੋ 1/25 ਨੂੰ 4500 ਮਿਲੀਲੀਟਰ ਨਾਲ ਗੁਣਾ ਕੀਤਾ, 4500/25 ਬਟੇ ਤੋਂ ਭਾਗ। ਸੋ 4500 ਨੂੰ ਵਿੱਚ ਰੱਖਿਆ ਤੇ 25 ਦੇ ਨਾਲ ਭਾਗ ਕਰਨੀ ਅਸੀਂ ਸ਼ੁਰੂ ਕਰ ਦਿੰਦੇ ਆ। 25 ਏਕਮ 25 ਕਿੰਨਾ ਬਚ ਗਿਆ 20, ਆ 0 ਨੀਚੇ ਉਤਾਰ ਲਓ। ਠੀਕ, 25 8 200, ਠੀਕ, ਤੇ 200 ਵਿੱਚੋਂ 200 ਗਏ ਖਤਮ, ਆ 0 ਨੀਚੇ ਉਤਾਰ ਲਓ। ਠੀਕ ਹੈ, ਸੋ 25 ਦਾ ਪਹਾੜਾ 0 ਤੱਕ 25 0 0, ਸੋ ਨੀਚੇ ਕੁਝ ਨਹੀਂ ਬਚਿਆ। ਸੋ ਜਵਾਬ ਕੀ ਆਇਆ 180। ਸੋ 180 ਗਲਾਸ ਅਸੀਂ ਭਰ ਸਕਦੇ ਹਾਂ 4 ਲੀਟਰ ਤੇ 500 ਮਿਲੀਲੀਟਰ ਦਹੀਂ ਦੇ ਨਾਲ। ਸੋ ਉਮੀਦ ਹੈ ਤੁਹਾਨੂੰ ਬਹੁਤ ਸੌਖਾ ਲੱਗਿਆ ਹੋਵੇਗਾ। ਅਜਿਹੀਆਂ ਹੋਰ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੇ ਕਿਰਪਾ ਕਰਕੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਇਸ ਨੂੰ ਸਬਸਕ੍ਰਾਈਬ ਕਰੋ। ਇਹਦੇ ਨਾਲ ਹੀ ਇੰਗਲਿਸ਼ ਦੀ ਹਰ ਕਲਾਸ ਦੀ PDF ਫਾਈਲ ਮੇਰੇ ਕੋਲ ਅਵੇਲੇਬਲ ਹੈ। ਜੇ ਤੁਹਾਨੂੰ ਉਸ PDF ਫਾਈਲ ਦੀ ਲੋੜ ਹੈ ਤਾਂ ਤੁਸੀਂ ਮੈਨੂੰ WhatsApp ਕਰ ਸਕਦੇ ਹੋ, ਮੈਂ ਤੁਹਾਨੂੰ ਤੁਹਾਡੇ WhatsApp ਤੇ ਉਹ PDF ਫਾਈਲ ਭੇਜ ਸਕਦਾ ਹਾਂ। ਸੋ ਥੈਂਕ ਯੂ ਵੈਰੀ ਮੱਚ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। Thanks for watching this video. If you are new to this channel, kindly like, subscribe and hit the bell icon for latest updates. Thanks and enjoy.